ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਨਵਜੀਤ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ। ਖਬਰਾਂ ਦੀ ਸ਼ੁਰੂਆਤ ਕਰ ਰਹੇ ਪੰਨੂ ਸਾਹਿਬ ਦੇ ਸਵਾਗਤ ਦੇ ਨਾਲ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਸੁਪਰੀਮ ਕੋਰਟ ਪ੍ਰਦੂਸ਼ਣ ਤੇ ਮਾਮਲੇ ਤੇ ਸਖਤ ਨਜ਼ਰ ਆ ਰਹੀ ਹੈ। ਕੇਂਦਰ ਸਰਕਾਰ ਨੂੰ ਲੈ ਕੇ ਟਿੱਪਣੀ ਕੀਤੀ ਹੈ। ਦਿੱਲੀ ਸਰਕਾਰ ਨੂੰ ਕਿਹਾ ਕਿ ਗੱਡੀਆਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਜਿਹੜਾ ਪ੍ਰਦੂਸ਼ਣ ਵੱਧਦਾ ਪਿਆ। ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ? ਪਹਿਲੀ ਗੱਲ ਤਾਂ ਇਹ ਵੀ ਹੈ ਕਿ ਦੀਵਾਲੀ ਜਦੋਂ ਆਉਂਦੀ ਹੈ ਉਦੋਂ ਹੀ ਕਿਉਂ ਯਾਦ ਆਉਂਦਾ, ਦੂਸਰੇ ਪਾਸੇ ਫੈਕਟਰੀਆਂ 'ਚ ਵੀ ਪ੍ਰਦੂਸ਼ਣ ਨਿਕਲਦਾ, ਪਰ ਸਰਕਾਰ ਹੁਣ ਕੰਟਰੋਲ ਵਾਕਈ ਕਰ ਲੂਗੀ? ਦੇਖੋ, ਪਹਿਲਾਂ ਤਾਂ ਜਦੋਂ ਵੀ ਇਹੋ ਜਿਹੀ ਸਮੱਸਿਆ ਆਉਂਦੀ ਸੀ, ਕੇਂਦਰ ਸਰਕਾਰ, ਦਿੱਲੀ ਸਰਕਾਰ, ਇੱਧਰ ਉੱਧਰ ਦੇ ਜਿੰਨੇ ਮਹਿਕਮੇ ਆ ਸਾਰੇ ਜਾ ਕੇ ਸੁਪਰੀਮ ਕੋਰਟ 'ਚ ਇੱਕੋ ਦਵਾਈ ਦਿੰਦੇ ਸੀ, ਇਹ ਤਾਂ ਜੀ ਪੰਜਾਬ ਦੀ ਪਰਾਲੀ ਦਾ ਪ੍ਰਦੂਸ਼ਣ ਉਹ ਤੋਂ ਆ ਜਾਂਦਾ। ਹੁਣ ਪਿਛਲੇ ਦਿਨਾਂ 'ਚ ਅੰਕੜੇ ਆਏ ਆ ਕਿ ਪੰਜਾਬ ਵਿੱਚ ਪਰਾਲੀ ਅੱਗੇ ਨਾਲੋਂ ਘੱਟ ਸਾੜੀ ਗਈ ਜੀ। ਹਰਿਆਣੇ ਵਿੱਚ ਵੀ ਘੱਟ ਸੜੀ ਹੈ, ਪਰ ਹਰਿਆਣੇ 'ਚ ਜਵਾਬ ਹੈ, ਯੂਪੀ ਵਿੱਚ ਵੀ। ਹੁਣ ਉਹਦਾ ਅਸਰ ਕੋਈ ਨਾ ਮੰਨੇ। ਦੂਸਰੇ ਪਾਸੋਂ ਸਾਰਾ ਸਾਲ ਨਾ ਦਿੱਲੀ ਸਰਕਾਰ ਨੂੰ ਚੇਤਾ ਆਵੇ ਨਾ ਕੇਂਦਰ ਦੀ ਸਰਕਾਰ ਨੂੰ ਚੇਤਾ ਆਵੇ, ਹੱਥ ਤੇ ਹੱਥ ਧਰ ਕੇ ਬੈਠੇ ਰਹਿਣ, ਤੇ ਜਦੋਂ ਦੀਵਾਲੀ ਆਵੇ ਤੇ ਸਾਰੇ ਪਾਸੇ ਧੂਏ ਦੀ ਚਾਦਰ ਫੈਲ ਜਾਵੇ, ਲੋਕਾਂ ਨੂੰ ਸਾਹ ਲੈਣਾ ਔਖਾ ਹੋ ਜਾਏ, ਫਿਰ ਪ੍ਰਦੂਸ਼ਣ 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 ਸਾਰੇ ਪਾਸੇ ਰੌਲਾ ਪੈ ਜਾਂਦਾ। ਉਸ ਰੌਲੇ ਦੇ ਵਿੱਚ ਇਹ ਗੱਲ ਨਿਕਲੀ ਕਿ ਸੁਪਰੀਮ ਕੋਰਟ ਨੇ ਇੱਕ ਦਿਨ ਦਬਕਾ ਮਾਰ ਕੇ ਕਹਿਤਾ ਕਿ ਪ੍ਰਦੂਸ਼ਣ ਰੋਕੋ। ਬਿਨਾਂ ਸ਼ੱਕ ਜਿਹੜਾ ਲਾਕਡਾਊਨ ਤੁਸੀਂ ਕਰੋਨਾ ਵਾਇਰਸ ਦੇ ਵਿੱਚ ਲਾਉਂਦੇ ਸੀ ਉਹੋ ਹੀ ਲਾ ਦਿਓ ਜੀ, ਪਰ ਇਹਨੂੰ ਰੋਕੋ, ਇਹ ਰੋਕਣਾ ਪੈਣਾ। ਲਾਕਡਾਊਨ ਦਾ ਨਾਂ ਕਦੇ ਕਿਸੇ ਨੇ ਕਰੋਨਾ ਵਾਇਰਸ ਤੋਂ ਪਹਿਲਾਂ ਨਹੀਂ ਸੀ ਸੁਣਿਆ, ਪਿਛਲੇ ਸਾਲ ਤੋਂ ਚੱਲ ਪਿਆ, ਔਰ ਵੇਖਿਆ ਕਿ ਇਹਦੇ ਨਾਲ ਅਸਰ ਪੈਂਦਾ। ਕਰੋਨਾ ਵਾਇਰਸ ਦੇ ਦੌਰਾਨ ਲਾਕਡਾਊਨ ਹੋਇਆ ਸੀ ਤੇ ਸਾਡੇ ਜਲੰਧਰ ਤੋਂ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀਆਂ ਪਹਾੜੀਆਂ ਨੇ ਉਹ ਦਿਸਣ ਲੱਗ ਪਈਆਂ ਸਨ, ਪ੍ਰਦੂਸ਼ਣ ਘਟੇ ਦਾ ਅਸਰ ਸੀ। ਹੁਣ ਜਦੋਂ ਉਹਨਾਂ ਨੇ ਆਖਿਆ ਕਿ ਬਿਨਾਂ ਸ਼ੱਕ ਲਾਕਡਾਊਨ ਲਾ ਦਿਓ, ਦਿੱਲੀ ਸਰਕਾਰ ਨੇ ਆਖਿਆ ਜੀ ਅਸੀਂ ਸੋਚਦੇ ਪਏ ਹਾਂ। ਫਿਰ ਉਹਨਾਂ ਨੇ ਆਖਿਆ ਕਿ ਤੁਸੀਂ ਬੱਚਿਆਂ ਦੇ ਸਕੂਲ ਹੀ ਬੰਦ ਕਰ ਦਿਓ, ਬੱਚਿਆਂ ਦੀ ਹਾਲਤ ਬੁਰੀ ਹੁੰਦੀ ਪਈ ਹੈ। ਇਹ ਸਾਰੀਆਂ ਗੱਲਾਂ ਜੇ ਅਦਾਲਤਾਂ ਨੇ ਦੱਸਣੀਆਂ ਤੇ ਚੁਣੀ ਹੋਈ ਲੀਡਰਸ਼ਿਪ ਕਾਹਦੇ ਵਾਸਤੇ ਆ? ਇਹ ਸਿਰਫ ਟੌਰ ਵਾਸਤੇ ਨੇ ਕਿ ਅਸੀਂ ਮੰਤਰੀ ਹੁੰਦੇ ਹਾਂ ਤੇ ਅਸੀਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਹੁੰਦੇ, ਕਰਦੇ ਕੀ ਨੇ? ਸੁਪਰੀਮ ਕੋਰਟ ਦੇ ਦਬਕੇ ਤੋਂ ਬਾਅਦ ਇਹਨਾਂ ਨੇ ਦਿੱਲੀ 'ਚ ਸਕੂਲ ਬੰਦ ਕੀਤੇ, ਹਰਿਆਣੇ ਦੇ ਵਿੱਚ ਬੰਦ ਕਰਨ ਦੀ ਨੌਬਤ ਆਈ। ਹੁਣ ਸਾਡੇ ਪੰਜਾਬ ਦੇ ਵਿੱਚ ਵੀ ਪ੍ਰਦੂਸ਼ਣ ਵੱਧ ਰਿਹਾ। ਇਹ ਸਾਰੇ ਕੁਝ ਨੂੰ ਵੇਖਦਿਆਂ ਜੋ ਕੁਝ ਕਰਨ ਦੀ ਲੋੜ ਹੈ ਹੁਣ ਤੱਕ ਕੀਤਾ ਨਹੀਂ ਗਿਆ। ਕੇਂਦਰ ਸਰਕਾਰ ਨੇ ਅੱਜ ਜਾ ਕੇ ਸੁਪਰੀਮ ਕੋਰਟ 'ਚ ਆਖਿਆ ਕਿ ਇਹ ਅਸੀਂ ਮੰਨਦੇ ਹਾਂ ਕਿ ਪ੍ਰਦੂਸ਼ਣ 'ਚ ਪਰਾਲੀ ਦਾ ਉਹ ਯੋਗਦਾਨ ਨਹੀਂ ਜਿਹੜਾ ਰੌਲਾ ਪਾਇਆ ਜਾ ਰਿਹਾ ਜੀ। ਹੁਣ ਤੱਕ ਪਰਾਲੀ ਦਾ ਜਿਹੜਾ ਧੂੰਆਂ ਇਸ ਵੇਲੇ ਆ ਉਹ ਪ੍ਰਦੂਸ਼ਣ 'ਚ ਮਸਾਂ 10% ਹਿੱਸਾ ਪਾਉਂਦਾ, ਬਾਕੀ ਇਹਦਾ ਕੋਈ ਕਿਸੇ ਕਿਸਮ ਦਾ ਰੋਲ ਹੈ ਨਹੀਂ। ਜਦੋਂ ਇਹ ਗੱਲ ਕਹਿ ਦਿੱਤੀ ਗਈ ਹੈ ਤੇ ਇਹਦਾ ਮਤਲਬ ਸਾਫ਼ ਹੈ ਕਿ ਫਿਰ ਸਰਕਾਰਾਂ ਨੂੰ ਇਹ ਪ੍ਰਬੰਧ ਕਰਨਾ ਚਾਹੀਦਾ ਕਿ ਪ੍ਰਦੂਸ਼ਣ ਨਾ ਵਧੇ। ਗੱਡੀਆਂ, ਮੋਟਰਾਂ, ਇਹਨਾਂ ਸਾਰੀਆਂ ਦਾ, ਚਿਮਨੀਆਂ ਦਾ ਧੂੰਆਂ, ਇਹ ਸ਼ਾਇਦ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਇਸ ਕਰਕੇ ਵੀ ਬਦਲੀਆਂ ਕਿ ਪਿਛਲੇ ਹਫ਼ਤੇ ਇੱਕ ਦਿਨ ਸੁਣਵਾਈ ਹੁੰਦੀ 'ਚ ਸੁਪਰੀਮ ਕੋਰਟ ਦੇ 2 ਜੱਜਾਂ ਨੇ ਉਸ ਬੈਂਚ ਵਿੱਚ ਜਿਹੜੇ ਦੂਸਰੇ ਨੰਬਰ ਦੇ ਜੱਜ ਸੀ ਉਹਨਾਂ ਨੇ ਆਖਿਆ ਮੈਂ ਕਿਸਾਨ ਹਾਂ, ਮੈਨੂੰ ਵੀ ਇਹ ਗੱਲ ਬੁਰੀ ਲੱਗਦੀ ਹੈ ਕਿ ਤੁਸੀਂ ਮੁੜ ਮੁੜ ਕੇ ਪ੍ਰਦੂਸ਼ਣ 'ਚ ਸਾਡੀ ਬਦਨਾਮੀ ਕਿਸਾਨਾਂ ਦੇ ਕਰਦੇ ਹੋ। ਨਾਲ ਉਹਨੇ ਕਿਹਾ ਜੀ ਸਾਡੇ ਚੀਫ ਜਸਟਿਸ ਸਾਹਿਬ ਬੈਠੇ, ਹਿੰਦੁਸਤਾਨ ਦੇ ਚੀਫ ਜਸਟਿਸ ਨੇ, ਇਹ ਵੀ ਕਿਸਾਨ ਪਰਿਵਾਰ 'ਚੋਂ, ਇਹਨਾਂ ਨੂੰ ਪਤਾ ਕਿ ਸਾਡੀ ਪਰਾਲੀ ਦੇ ਮਾਮਲੇ 'ਚ ਬੇਲੋੜੀ ਬਦਨਾਮੀ ਕੀਤੀ ਜਾ ਰਹੀ ਹੈ ਜੀ। ਇਹ ਗੱਲਾਂ ਸਾਰੀਆਂ ਹੋਣ ਤੋਂ ਬਾਅਦ ਹੁਣ ਭਾਰਤ ਸਰਕਾਰ ਤੇ ਦਿੱਲੀ ਸਰਕਾਰ ਨੂੰ ਉਹ ਪੁਰਾਣੀ ਕਹਾਣੀ ਪਾਉਣੀ ਔਖੀ ਹੋ ਗਈ ਆ। ਹੁਣ ਇੱਥੇ ਆ ਗਿਆ ਕਿ ਥੋੜ੍ਹਾ ਜਿਹਾ ਸੱਚ ਕਬੂਲਣ ਲੱਗਿਆ ਕਿ ਇਹ 'ਚ ਕਿਸਾਨੀ ਦਾ ਰੋਲ ਘੱਟ ਹੈ। ਫੈਕਟਰੀਆਂ ਦਾ, ਗੱਡੀਆਂ ਦਾ, ਹੋਰ ਚੀਜ਼ਾਂ ਦਾ ਧੂੰਆਂ, ਘੱਟਾ ਮਿੱਟੀ ਇੰਨਾ ਕਿ ਉਹ ਲੁਕਾਇਆ ਨਹੀਂ ਜਾ ਸਕਦਾ। ਸੁਪਰੀਮ ਕੋਰਟ ਨੇ ਅੱਜ ਫਿਰ ਸੁਣਵਾਈ ਕੀਤੀ। ਜੇ ਸੁਪਰੀਮ ਕੋਰਟ ਡੇ ਟੂ ਡੇ ਇਸੇ ਦੀ ਸੁਣਵਾਈ ਕਰਦੀ ਰਹੇ ਤੇ ਸਰਕਾਰਾਂ ਕੀ ਕਰਦੀਆਂ ਨੇ? ਜੀ, ਸਰਕਾਰਾਂ ਨੂੰ ਆਪਣਾ ਫਰਜ਼ ਆਪ ਨਿਭਾਉਣਾ ਚਾਹੀਦਾ। ਪੰਨ ਸਾਹਿਬ, ਥੋੜ੍ਹੇ ਕੁ ਦਿਨ ਪਹਿਲਾਂ ਇੱਕ ਰੌਲਾ ਪਿਆ ਸੀ ਕਿ ਦੂਜੇ ਸੂਬਿਆਂ 'ਚੋਂ ਨੌਜਵਾਨ ਆਉਂਦੇ ਆ ਤੇ ਪੰਜਾਬ ਜਾ ਕੇ ਨੌਕਰੀ ਲੈ ਜਾਂਦੇ ਆ। ਹਾਲਾਂਕਿ ਸਰਕਾਰ ਕਹਿੰਦੀ ਅਸੀਂ ਜਾਂਚ ਕਰਵਾਵਾਂਗੇ। ਹੁਣ ਦੂਸਰੇ ਪਾਸੇ ਸਰਕਾਰ ਇੱਕ ਫੈਸਲਾ ਲੈਣ ਜਾ ਰਹੀ ਹੈ ਕਿ ਨਿੱਜੀ ਖੇਤਰ ਵਿੱਚ ਜਾਂ ਫਿਰ ਸਰਕਾਰੀ ਖੇਤਰ ਵਿੱਚ ਪੰਜਾਬੀਆਂ ਲਈ ਕੋਟਾ ਤੈਅ ਕਰਨਾ ਹੈ। ਇਸ ਫੈਸਲੇ ਨੂੰ ਕਿਵੇਂ ਦੇਖਦੇ ਆ? ਬਾਕੀ ਦੇਸ਼ਾਂ 'ਚੋਂ, ਵਿਕਸਿਤ ਦੇਸ਼ਾਂ 'ਚ ਇਹੋ ਜਿਹੀਆਂ ਸ਼ਿਕਾਇਤਾਂ ਬਹੁਤੀਆਂ ਨਹੀਂ ਆਉਂਦੀਆਂ। ਸਾਡੇ ਭਾਰਤ ਵਿੱਚ ਇਹ ਸਮੱਸਿਆ ਮੁੜ ਮੁੜ ਕੇ ਉੱਠਦੀ ਹੈ। 1973, 74, 75 ਦੇ ਵਿੱਚ ਅਸਾਮ 'ਚੋਂ ਉੱਠੀ। ਸਨਜ਼ ਆਫ ਦੀ ਸਾਇਲ, ਧਰਤੀ ਦੇ ਪੁੱਤਰ,
ਤੁਸੀਂ ਧਰਤੀ ਦੇ ਪੁੱਤਰ ਹੈ ਤੇ ਬਾਕੀ ਸਾਰੇ ਜਿਹੜੇ ਆਕਾਸ਼ ਤੋਂ ਉਤਰੇ। ਅਸਾਮ ਵਿੱਚ ਐਜੀਟੇਸ਼ਨ ਚੱਲੀ, ਆਲ ਅਸਾਮ ਸਟੂਡੈਂਟਸ ਯੂਨੀਅਨ ਆਸੂ ਦੇ ਵੱਲੋਂ, ਉਹਦੇ ਵਿੱਚ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ ਬਣਿਆ। ਉਹਦੇ ਵਿੱਚੋਂ ਹੀ ਅਸਾਮ ਗਣ ਪ੍ਰੀਸ਼ਦ ਨਾਂ ਦੀ ਇੱਕ ਪਾਰਟੀ ਬਣੀ, ਜਿਹਨੇ ਕਾਂਗਰਸ ਨਾਲ ਲੜਾਈ ਵੀ ਲੜੀ ਤੇ ਬਾਅਦ ਸਮਝੌਤਾ ਕਰਕੇ ਚੋਣਾਂ ਵੀ ਲੜੀਆਂ ਤੇ ਰਾਜ ਵੀ ਮਾਣਿਆ। ਜੀ। ਭਾਜਪਾ ਨਾਲ ਲੜਾਈ ਵੀ ਲੜੀ ਤੇ ਭਾਜਪਾ ਨਾਲ ਸਮਝੌਤਾ ਕਰਕੇ ਰਾਜ ਵੀ ਮਾਣਿਆ। ਉਹ ਸਾਰਾ ਕੁਝ ਉੱਥੋਂ ਤੁਰਿਆ ਸੀ। ਐਜੀਟੇਸ਼ਨ ਇੰਨੀ ਵੱਧ ਗਈ ਸੀ ਕਿ ਅਸਾਮ ਦੇ ਵਿੱਚ ਰੇਲਵੇ ਸਟੇਸ਼ਨਾਂ ਤੇ ਨਾਅਰੇ ਲਿਖਦੇ ਸੀ, ਭਾਰਤੀ ਕੁੱਤੋ ਵਾਪਸ ਜਾਓ। ਉਹ ਆਪ ਭਾਰਤੀ ਨੇ, ਪਰ ਆਪਣੇ ਆਪ ਨੂੰ ਭਾਰਤੀ ਨਹੀਂ ਸੀ ਮੰਨਦੇ। ਜੇ ਅਸਾਮ ਦੀ ਇਹ ਗੱਲ ਮੰਨ ਲੈਂਦੀ ਜਾਂਦੀ ਤੇ ਅਗਲੇ ਪਾਸੇ ਦੇ 7 ਛੋਟੇ ਸੂਬੇ ਵੀ ਭਾਰਤ ਨਾਲੋਂ ਨਿਕਲਦੇ ਸੀ। ਹੁਣ ਉਸੇ ਅਸਾਮ ਦੇ ਵਿੱਚ ਉਹ ਸਥਿਤੀ ਨਹੀਂ। ਉਦੋਂ ਬਾਅਦ ਇੱਕ ਵਾਰੀ ਹਿਮਾਚਲ ਪ੍ਰਦੇਸ਼ ਦੇ ਵਿੱਚ 1978-79 'ਚ ਇਹ ਮੂਵਮੈਂਟ ਚੱਲੀ, ਸਨਜ਼ ਆਫ ਦੀ ਸਾਇਲ, ਸ਼ਿਮਲੇ 'ਚੋਂ ਇਹ ਨਾਅਰੇ ਉੱਠੇ। ਜੀ। ਫਿਰ ਇੱਕ ਵਾਰੀ ਮਹਾਰਾਸ਼ਟਰ ਦੇ ਵਿੱਚੋਂ ਸ਼ਿਵ ਸੈਨਾ ਜਿਹੜਾ ਟੁੱਟਿਆ ਗਰੁੱਪ ਹੈ, ਮਹਾਰਾਸ਼ਟਰ ਨਵ ਨਿਰਮਾਣ ਸੈਨਾ, ਰਾਜ ਠਾਕਰੇ, ਇਹਨਾਂ ਨੇ ਆਖਿਆ ਉੱਤਰ ਭਾਰਤੀ ਇੱਥੋਂ ਨਿਕਲ ਜਾ, ਸਾਡੇ ਕੰਮ ਘਟਦੇ ਨੇ। ਪਹਿਲਾਂ ਜਦੋਂ ਸ਼ਿਵ ਸੈਨਾ ਬਣਾਈ ਸੀ ਬਾਲ ਠਾਕਰੇ ਨੇ, ਰਾਜ ਠਾਕਰੇ ਦੇ ਤਾਏ ਨੇ ਤੇ ਹੋਣ ਵਾਲੇ ਮੁੱਖ ਮੰਤਰੀ ਉਧਵ ਠਾਕਰੇ ਦੇ ਬਾਪ ਨੇ, ਜੀ। ਬਾਲ ਠਾਕਰੇ ਨੇ ਵੀ ਇਹੋ ਆਖਿਆ ਸੀ ਕਿ ਮਹਾਰਾਸ਼ਟਰ ਮਰਾਠਿਆਂ ਲਈ, ਇੱਥੇ ਬਾਹਰ ਦੇ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਸਕਦੀਆਂ। ਹਾਲਾਂਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ, ਬਾਲ ਠਾਕਰੇ ਦਾ ਦਾਦਾ ਜਿਹੜਾ ਸੀ ਉਹ ਠਾਕਰੇ ਨਹੀਂ ਠਾਕਰ ਹੁੰਦਾ ਸੀ। ਬਿਹਾਰ ਤੋਂ ਉੱਠਿਆ ਸੀ, ਮੱਧ ਪ੍ਰਦੇਸ਼ ਵਿੱਚ ਵੀ ਠਾਕਰ ਸੀ। ਜਦੋਂ ਉੱਥੇ ਜਾ ਕੇ ਮਹਾਰਾਸ਼ਟਰ 'ਚ ਵਸਿਆ ਤੇ ਫਿਰ ਠਾਕਰ ਤੋਂ ਠਾਕਰੇ ਬਣ ਗਿਆ ਸੀ। ਉਹਨਾਂ ਨੇ ਉੱਤਰ ਭਾਰਤੀਆਂ ਦੇ ਖਿਲਾਫ ਮੁਹਿੰਮ ਚਲਾਤੀ। ਉਹ ਮੁਹਿੰਮ ਆਪਣੀ ਥਾਂ ਤੇ ਚੱਲਦੀ ਰਹੀ। ਉਦੋਂ ਬਾਅਦ ਇੱਕ ਵਾਰੀ ਇੱਥੇ ਕਰਨਾਟਕਾ, ਬੰਗਲੌਰ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ, ਨਾਲ ਹੀ ਹੈਦਰਾਬਾਦ ਵਿੱਚ ਮੁਹਿੰਮ ਚੱਲ ਪਈ ਕਿ ਸਾਈਬਰ ਦੀਆਂ ਜਿਹੜੀਆਂ ਨੌਕਰੀਆਂ ਨੇ, ਸਾਫਟਵੇਅਰ ਦੇ ਕੰਮ ਵਾਸਤੇ ਜਿਹੜੇ ਟੈਕਨੋਕ੍ਰੇਟ ਨੇ, ਦੂਸਰੇ ਲੋਕ ਨੇ, ਇਹ ਸਾਰੇ ਲੋਕ ਅਸਾਮ ਵਾਲੇ ਪਾਸੇ ਤੋਂ ਆ ਰਹੇ ਆ। ਇਹ ਜਿਹੜੇ ਨਾਰਥ ਈਸਟ ਵੱਲੋਂ ਨੇ, ਉੱਤਰ ਪੂਰਬ ਤੋਂ ਆਏ ਲੋਕ, ਇਹਨਾਂ ਤੋਂ ਖਤਰਾ। 2-3 ਦਿਨਾਂ 'ਚ ਇਹ ਹਾਲਤ ਹੋ ਗਈ ਕਿ ਗੱਡੀਆਂ ਫਸ ਜਾਣ ਲੱਗ ਪਈਆਂ। ਲੋਕੀ ਉਹਨਾਂ ਨਾਲ ਲਮਕ ਕੇ ਕਈ 100 ਕਿਲੋਮੀਟਰ ਗਏ, ਸਿਰਫ ਇਸ ਕਰਕੇ ਕਿ ਜਾਨ ਬਚਾ ਕੇ ਭੱਜ। ਜੀ। ਇਹ ਸਮੱਸਿਆ ਮੁੜ ਉੱਠਦੀ ਹੈ। ਇੱਥੇ ਪੰਜਾਬ ਵਿੱਚ ਵੀ ਇਹ ਸਮੱਸਿਆ ਉੱਠਦੀ ਰਹੀ ਹੈ। ਇਸ ਵੇਲੇ ਸਮੱਸਿਆ ਕੋਈ ਨਹੀਂ ਸੀ। ਆ ਪਿਛਲੇ ਹਫ਼ਤੇ ਸਮੱਸਿਆ ਆਈ। ਸੁਖਬੀਰ ਸਿੰਘ ਬਾਦਲ ਨੇ ਇੱਕ ਪੂਰਵਾਂਚਲ ਲੋਕ ਜਿਹੜੇ ਨੇ, ਪੂਰਵਾਂਚਲ ਪ੍ਰਦੇਸ਼ ਅਸਲ 'ਚ ਉੱਤਰ ਪ੍ਰਦੇਸ਼ ਦਾ ਪੂਰਬੀ ਪਾਸਾ ਜਿਹੜਾ ਬਿਹਾਰ ਨਾਲ ਲੱਗਦਾ, ਉੱਥੋਂ ਆਏ ਲੋਕਾਂ ਵਾਸਤੇ ਆਖਿਆ ਕਿ ਜੇ ਸਾਡੀ ਸਰਕਾਰ ਬਣ ਗਈ ਤੇ ਅਸੀਂ ਪੂਰਵਾਂਚਲ ਵਿਕਾਸ ਬੋਰਡ ਬਣਾ ਦਿਆਂਗੇ ਤੁਹਾਡੇ ਜਿਹੜੇ ਇੱਥੋਂ ਵਾਲੇ ਲੋਕ ਨੇ ਉਹਨਾਂ ਵਾਸਤੇ। ਇਹ ਤੋਂ ਇੱਕਦਮ ਗੱਲ ਦੂਸਰੀ ਚੱਲ ਪਈ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬੀ ਨੌਜਵਾਨਾਂ ਦੀ ਚਿੰਤਾ ਨਹੀਂ, ਪੂਰਵਾਂਚਲੀਆਂ ਦੀ ਬੜੀ ਚਿੰਤਾ। ਜੀ। ਦੂਸਰਿਆਂ ਨੇ ਇਹ ਗੱਲ ਚੁੱਕ ਦਿੱਤੀ। ਹੁਣ ਚਰਨਜੀਤ ਸਿੰਘ ਚੰਨੀ ਨੇ ਆਖਿਆ ਜੀ ਸਰਕਾਰੀ ਨੌਕਰੀਆਂ ਦੇ ਵਿੱਚ ਤਾਂ ਪੰਜਾਬੀਆਂ ਦਾ ਕੋਟਾ ਅਸੀਂ ਰੱਖਣਾ ਹੀ ਰੱਖਣਾ, ਗੈਰ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਅਸੀਂ ਪੰਜਾਬੀਆਂ ਦਾ ਕੋਟਾ ਵਧਾ ਦੇਣਾ ਔਰ ਰਾਖਵਾਂ ਕਰ ਦੇਣਾ, ਤਾਂ ਕਿ ਦੂਸਰੇ ਜਿਹੜੇ ਬਾਹਰੋਂ ਆਏ ਲੋਕ ਹੈ ਉਹ ਜੇ ਨੌਕਰੀਆਂ ਕਰਨਗੇ ਤੇ ਪੰਜਾਬੀਆਂ ਦਾ ਹੱਕ ਨਾ ਮਾਰਿਆ ਜਾਵੇ। ਮੁੱਢਲੇ ਤੌਰ 'ਤੇ ਵੇਖੋ ਤੇ ਇਹ ਗੱਲ ਮਾੜੀ ਨਹੀਂ ਲੱਗਦੀ, ਪਰ ਜੇ ਇਹ ਵੇਖੋ ਕਿ ਲੁਧਿਆਣੇ ਦੀ ਇੰਡਸਟਰੀ ਵਿੱਚ 4 ਲੱਖ ਤੋਂ ਵੱਧ ਮਜ਼ਦੂਰ ਬਾਹਰੋਂ ਆਏ ਨੇ। ਜੀ। ਸਾਡੇ ਖੇਤਾਂ 'ਚ, ਮਿੱਲਾਂ 'ਚ, ਕਈਆਂ ਥਾਵਾਂ 'ਤੇ ਕੰਮ ਕਰਦੇ। ਪੰਜਾਬ ਦੇ ਵਿੱਚ ਇਸ ਵੇਲੇ ਮੇਰਾ ਖਿਆਲ 25 ਲੱਖ ਤੋਂ ਵੱਧ ਲੋਕ ਬਾਹਰੋਂ ਆਏ ਨੇ। ਤੁਸੀਂ ਕਈਆਂ ਪਿੰਡਾਂ ਦੇ ਵਿੱਚ ਘੁੰਮ ਕੇ ਵੇਖੋ, ਸਰਕਾਰੀ ਸਕੂਲ ਜਿਹੜੇ ਆ ਮਾਝੇ ਵਿੱਚ ਵੀ, ਦੁਆਬੇ ਵਿੱਚ ਵੀ, ਮਾਲਵੇ ਦਾ ਮੈਨੂੰ ਪਤਾ ਨਹੀਂ, ਇਹੋ ਜਿਹਾ ਜਿੱਥੇ ਸਰਕਾਰੀ ਸਕੂਲ 'ਚ ਪੰਜਾਬੀ ਮੀਡੀਅਮ ਸਕੂਲ ਦੇ ਵਿੱਚ ਸਿਰਫ ਤੇ ਸਿਰਫ ਯੂਪੀ ਤੇ ਬਿਹਾਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਝਾਰਖੰਡ ਤੋਂ ਆਏ ਲੋਕਾਂ ਦੇ ਬੱਚੇ ਪੜ੍ਹਦੇ ਆ। ਇੱਥੋਂ ਵਾਲਾ ਬੱਚਾ ਹੀ ਇੱਕ ਨਹੀਂ। ਉਹ ਜਿਹੜਾ ਆਇਆ ਆਨੰਦ ਗੋਪਾਲ, ਸਰਜੀਤ ਪਾਤਰ ਨੇ ਲਿਖੀ ਸੀ ਕਿ ਹੁਣ ਸਾਡੀ ਪੰਜਾਬੀ ਯੂਪੀ ਤੋਂ ਆਏ ਜਿਹੜੇ ਉਹਨਾਂ ਦੇ ਬੱਚੇ ਪੜ੍ਹਦੇ ਆ, ਸਾਡੇ ਵਾਲੇ ਅੰਗਰੇਜ਼ੀ ਉਹ ਉੱਥੇ ਪਹੁੰਚ ਗਏ ਨੇ। ਇਹ ਸਾਰੇ ਬਦਲੇ ਹਾਲਾਤ ਦੇ ਵਿੱਚ ਬਹੁਤ ਕੁਝ ਵੇਖਣਾ ਪਊ। ਇੱਕ ਲਫ਼ਜ਼ ਹੁੰਦਾ ਡੋਮਿਸਾਈਲ, ਵੀ ਇੱਥੋਂ ਦਾ ਵਸਨੀਕ ਹੈਗਾ ਕਿ ਨਹੀਂ ਹੈਗਾ। ਉਹਦੇ 'ਚ ਸ਼ਰਤ ਹੁੰਦੀ ਹੈ 3 ਸਾਲ ਦੀ, ਜਿਹੜਾ ਇੰਨੇ ਚਿਰ ਤੋਂ ਉੱਥੇ ਵੱਸਦਾ ਹੋਵੇ ਉੱਥੇ ਨੌਕਰੀ ਕਰ ਸਕਦਾ। ਜਿਨ੍ਹਾਂ ਦੇ ਮਾਂ-ਬਾਪ ਇੱਥੇ ਆ ਕੇ ਵੱਸ ਗਏ, ਲੁਧਿਆਣੇ ਵਿੱਚ ਵੀ ਕੌਂਸਲਰ ਬਣੇ, ਜਲੰਧਰ ਵਿੱਚ ਵੀ ਬਣੇ, ਉਹਨਾਂ ਨੇ ਚੋਣਾਂ ਵੀ ਲੜੀਆਂ, ਕਾਰੋਬਾਰ ਵੀ ਕੀਤੇ, ਕੀ ਹੁਣ ਉਹਨਾਂ ਦੇ ਬੱਚਿਆਂ ਨੂੰ ਅਸੀਂ ਭਜਾ ਦਿਆਂਗੇ? ਮੱਧ ਪ੍ਰਦੇਸ਼ ਦੇ ਵਿੱਚ ਸਰਦਾਰ ਸਰਤਾਜ ਸਿੰਘ ਲੋਕ ਸਭਾ ਚੋਣ ਲੜ ਕੇ ਜਿੱਤਿਆ, ਭਾਜਪਾ ਵੱਲੋਂ ਪਾਰਲੀਮੈਂਟ ਮੈਂਬਰ ਰਿਹਾ,
SS ਆਹਲੂਵਾਲੀਆ ਪਟਨੇ ਤੋਂ ਪਹਿਲਾਂ ਰਾਜ ਸਭਾ 'ਚ ਹੁੰਦਾ ਸੀ, ਕਾਂਗਰਸ ਦਾ ਲੀਡਰ, ਤੇ ਮੁੜ ਕੇ ਪੱਛਮੀ ਬੰਗਾਲ ਤੋਂ 2 ਚੋਣਾਂ ਲੜਿਆ ਤੇ ਭਾਜਪਾ ਵੱਲੋਂ MP ਬਣਿਆ। ਉਹ ਸਰਦਾਰ ਹੈ, ਪਟਨਾ ਸਾਹਿਬ ਦੇ ਤਖਤ ਦੀ ਕਮੇਟੀ ਦਾ ਪ੍ਰਧਾਨ ਰਹਿ ਚੁੱਕਾ। ਜੇ ਬਾਹਰ ਜਾ ਕੇ ਉਹ ਬਣ ਸਕਦੇ ਆ ਤੇ ਇੱਥੇ ਆ ਕੇ ਕੋਈ ਇਹ ਵੀ ਬਣ ਸਕਦਾ। ਸਾਡੇ ਕੈਨੇਡਾ ਵਿੱਚ ਕਿੰਨੇ ਮੰਤਰੀ ਬਣ ਗਏ ਨੇ, ਇੰਗਲੈਂਡ ਦੇ ਵਿੱਚ ਕਿੰਨੇ ਨੇ, ਅੱਡ-ਅੱਡ ਦੇਸ਼ਾਂ ਦੇ ਵਿੱਚ ਕਿੰਨੇ ਨੇ। ਜੇ ਸਾਡੇ ਬਾਹਰ ਜਾ ਕੇ ਵਸਦੇ ਆ ਤੇ ਬਾਹਰਦਿਆਂ ਨੇ ਵੀ ਇੱਥੇ ਆਉਣਾ। ਵੇਖਣ ਨੂੰ ਇਹ ਗੱਲ ਆਈਡੀਅਲ ਲੱਗਦੀ ਹੈ ਕਿ ਸਾਡੇ ਕੋਲ ਜਿੰਨੀਆਂ ਨੌਕਰੀਆਂ ਸਿਰਫ ਸਾਡਿਆਂ ਲਈ ਰਹਿਣ, ਪਰ ਜੇ ਸਾਡੇ ਬਾਹਰ ਚਲੇ ਗਏ ਹੁਣ ਤੇ ਇੱਥੇ ਜਿਹੜੇ ਆ ਕੇ ਪੱਕੇ ਵਸ ਗਏ, ਪੱਕੇ ਵਸਨੀਕਾਂ ਤੋਂ ਉਹ ਹੁਣ ਪੰਜਾਬੀ ਹੋ ਚੁੱਕੇ ਨੇ, ਬੋਲਦੇ ਵੀ ਪੰਜਾਬੀ ਨੇ ਜੀ। 2-2 ਪੀੜ੍ਹੀਆਂ ਹੋ ਗਈਆਂ, ਉਹਨਾਂ ਨੂੰ ਸਰਕਾਰ ਨਾ ਨਹੀਂ ਕਰ ਸਕੂਗੀ। ਕਾਨੂੰਨੀ ਤੌਰ ਤੇ ਵੇਖਣਾ ਚਾਹੀਦਾ ਕਿ ਜਿਹੜੀ ਗੱਲ ਚੰਨੀ ਸਾਹਿਬ ਕਹਿੰਦੇ ਆ ਉਹ ਲਾਗੂ ਹੋ ਸਕਦੀ ਹੈ ਜੀ। ਜੇ ਹਵਾਈ ਗੱਲਾਂ ਕਰਨੀਆਂ, ਸਨਜ਼ ਆਫ ਦਾ ਸਾਇਲ, ਉਹ ਪੁਰਾਣਾ ਅਸਾਮ ਵਾਲਾ ਤੋਰਨਾ, ਉਹ ਫਿਰ ਥੋੜ੍ਹਾ ਸੋਚ ਕੇ ਤੋਰਨਾ ਚਾਹੀਦਾ, ਕਾਹਲੀ ਨਹੀਂ ਕਰਨੀ ਚਾਹੀਦੀ। ਜਿਹੜੇ ਅਕਾਲੀ ਪ੍ਰਵਾਸੀ ਮਜ਼ਦੂਰਾਂ ਦਾ ਵਿਰੋਧ ਕਰਦੇ ਹੁੰਦੇ ਸੀ, ਉਹ ਤੇ ਹੁਣ ਪੂਰਵਾਂਚਲੀ ਮਜ਼ਦੂਰਾਂ ਦੇ ਵਿਕਾਸ ਵਾਸਤੇ ਬੋਰਡ ਬਣਾਉਣ ਦੇ ਵਾਅਦੇ ਕਰਦੇ ਪਏ, ਤੇ ਜਿਹੜੀ ਕਾਂਗਰਸ ਉਹਨਾਂ ਦੇ ਪੱਖ 'ਚ ਬੋਲਦੀ ਹੁੰਦੀ ਸੀ, ਉਹ ਉਹਨਾਂ ਦੇ ਵਿਰੋਧ 'ਚ ਬੋਲਣ ਲੱਗ ਪਈ ਹੈ। ਇਹ ਸਾਰੇ ਕੁਝ ਨੂੰ ਕਿਤੇ ਨਾ ਕਿਤੇ ਤਾਲਮੇਲ ਦੀ ਘਾਟ ਜਾਪਦੀ ਹੈ, ਸੋਚਣਾ ਚਾਹੀਦਾ। ਗੱਲ ਪੰਨ ਸਾਹਿਬ ਬਿਲਕੁਲ ਠੀਕ ਹੈ। ਪੰਜਾਬ ਸਰਕਾਰ ਦੀ ਗੱਲ ਕੀਤੀ, ਹੁਣ ਕੇਂਦਰ ਸਰਕਾਰ ਵੱਲ ਜਾਂਦੇ ਆ। ਬਹੁਤ ਕੁਝ ਪ੍ਰਾਈਵੇਟ ਹੱਥਾਂ ਵਿੱਚ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਕੁਝ ਚਲਾ ਵੀ ਗਿਆ। ਦੂਸਰੇ ਪਾਸੇ ਅੰਮ੍ਰਿਤਸਰ ਏਅਰਪੋਰਟ ਵੀ ਹੁਣ ਨਿੱਜੀ ਹੱਥਾਂ ਵਿੱਚ ਚਲੇ ਜਾਣਾ। ਪਰ ਸਾਹਿਬ ਕੀ ਫਰਕ ਪੈ ਸਕਦਾ? ਜਿਹੜਾ ਕੋਈ ਬਚਿਆ ਖੁਚਿਆ ਉਹ ਸਾਰੇ ਉਹਨਾਂ ਨੇ ਦੇ ਹੀ ਦੇਣੇ ਆ। ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਮਿੱਤਰ ਹੈ ਗੌਤਮ ਅਡਾਨੀ, ਪੁਰਾਣੇ ਗੁਜਰਾਤ ਤੋਂ ਆਇਆ ਸੀ, ਤੇ ਜਦੋਂ ਗੁਜਰਾਤ ਦੇ ਦੰਗੇ ਹੋਏ ਤੇ ਸਾਰੇ ਦੇ ਸਾਰੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਬੋਲਦੇ ਸੀ। ਉਦੋਂ ਨਰਿੰਦਰ ਮੋਦੀ ਦੇ ਪੱਖ ਵਿੱਚ ਇੰਡਸਟਰੀਅਲਿਸਟ ਜਿਹੜੇ ਆ ਇਹਨਾਂ ਦੀ ਮੀਟਿੰਗ ਵਿੱਚ ਬੋਲਿਆ, ਤੇ ਇੰਨੀ ਗੱਲ ਤੋਂ ਮੋਦੀ ਸਾਹਿਬ ਨੂੰ ਚੰਗਾ ਲੱਗਾ। ਉਹਨਾਂ ਨੇ ਸੱਦ ਕੇ ਅਗਲੇ ਦਿਨ ਉਹਨੂੰ ਡਿਨਰ ਦਿੱਤਾ ਤੇ ਫਿਰ ਉਹਨੂੰ ਆਖਿਆ, ਤੂੰ ਜੋ ਕਾਰੋਬਾਰ ਕਰਨਾ ਕਰ, ਤੇਰੇ ਨਾਲ ਮੈਂ, ਮੇਰੇ ਨਾਲ ਤੂੰ। ਉਦੋਂ ਬਾਅਦ ਜਿਹੜਾ ਉਹ 5000 ਕਰੋੜ ਵਾਲਾ ਇੰਡਸਟਰੀਅਲਿਸਟ ਸੀ, ਉਹ ਵੱਧਦਾ ਇਸ ਵੇਲੇ ਹਿੰਦੁਸਤਾਨ ਦੇ ਸਿਖਰਲਿਆਂ 'ਚੋਂ ਆ। ਜਿੰਨੀਆਂ ਬੰਦਰਗਾਹਾਂ ਨੇ, ਸਮੁੰਦਰੀ ਬੰਦਰਗਾਹਾਂ, ਉਹ ਇੱਕ ਇੱਕ ਕਰਕੇ ਉਹਨੂੰ ਸੌਂਪੀਆਂ ਜਾ ਰਹੀਆਂ। ਜਿੰਨੇ ਇੱਕ ਹਵਾਈ ਅੱਡੇ ਇੱਕ ਇੱਕ ਕਰਕੇ ਉਹਨੂੰ ਸੌਂਪੇ ਜਾ ਰਹੇ। ਕਹਿੰਦੇ ਜੀ ਉਹ ਬਹੁਤ ਵਧੀਆ ਕੰਮ ਕਰਦਾ, ਇੱਥੇ ਹੋਰ ਤੇ ਕੋਈ ਹੈ ਹੀ ਨਹੀਂ ਗਾ ਕੰਮ ਕਰਨ ਵਾਲਾ। ਇੱਥੇ ਟਾਟਾ ਗਰੁੱਪ ਸੀ ਜਿਹਨੇ ਕਈ ਸਾਲਾਂ ਤੱਕ ਕੀਤਾ। ਆਲ ਇੰਡੀਆ ਰੇਡੀਓ ਪਹਿਲਾਂ ਉਹਨਾਂ ਚਲਾਇਆ, ਏਅਰ ਇੰਡੀਆ ਪਹਿਲਾਂ ਉਹਨਾਂ ਚਲਾਈ। ਖਾਨਦਾਨੀ ਤੁਰੇ ਆਉਂਦੇ ਨੇ, ਬਦਨਾਮੀ ਵੀ ਉਸ ਤਰ੍ਹਾਂ ਦੀ ਕੋਈ ਨਹੀਂ। ਬਿਰਲੇ ਵੀ ਇੱਥੇ ਕੰਮ ਕਰਦੇ ਰਹੇ, ਗੋਇਨਕਾ ਕਰਦਾ ਰਿਹਾ, ਸੰਘਾਣੀਆਂ ਕਰਦਾ ਰਿਹਾ। ਉਹ ਸਭ ਟਿੱਚ ਜਾਣ ਕੇ ਇੰਦਰਾ ਗਾਂਧੀ ਦੇ ਵਕਤ ਅੰਬਾਨੀ ਚੜ੍ਹੇ ਸਨ। ਉਹਨੇ ਉਹਨਾਂ ਨੂੰ ਬਹੁਤ ਉੱਪਰ ਤੱਕ ਚੜ੍ਹਾਤਾ ਸੀਗਾ ਕਿ ਸਾਰੇ ਦੇਸ਼ ਦੇ ਉੱਤੇ ਵੱਡੇ ਮਾਲਕ ਉਹ ਬਣ ਕੇ ਬਹਿ ਗਏ ਸੀ। ਇਹਨੂੰ ਲਿਆਂਦਾ ਮੋਦੀ ਸਾਹਿਬ ਨੇ, ਤੇ ਇਹਨੇ ਅਡਾਨੀ ਨੇ ਆ ਕੇ ਅੰਬਾਨੀਆਂ ਨੂੰ ਵੀ ਪਿੱਛੇ ਧੱਕਤਾ। ਹੁਣ ਇਹਨਾਂ ਤੋਂ ਉੱਪਰ ਉਹ ਚੜ੍ਹ ਗਿਆ ਜੀ। ਉਹਦੇ ਚੜ੍ਹਨ ਤੋਂ ਬਾਅਦ ਹੁਣ ਹਾਲਾਤ ਇਹ ਆ ਕਿ ਇੱਕ ਇੱਕ ਕਰਕੇ ਸਾਰੇ ਏਅਰਪੋਰਟ ਨੂੰ ਸੌਂਪੇ ਜਾ ਰਹੇ। ਅੰਮ੍ਰਿਤਸਰ ਦਾ ਏਅਰਪੋਰਟ ਵੀ ਉਹ ਕਹਿੰਦੇ ਵਿਕਾਸ ਕਰਨਾ ਤੇ ਇਹ ਵਧੀਆ ਕਰ ਦੇਣਗੇ, ਪ੍ਰਾਈਵੇਟ ਹੱਥਾਂ 'ਚ ਦੇਣ ਨਾਲ ਦਾ ਬਹੁਤ ਵਿਕਾਸ ਹੋਵੇਗਾ। ਜੋ ਤੁਸੀਂ ਆਹ ਗੱਲ ਕਹਿੰਦੇ ਕਿ ਪ੍ਰਾਈਵੇਟ ਹੱਥਾਂ 'ਚ ਦੇਣ ਨਾਲ ਵਿਕਾਸ ਹੋਵੇਗਾ, ਤੇ ਨਾਲ ਦੀ ਨਾਲ ਫਿਰ ਇਹ ਨਹੀਂ ਤੁਸੀਂ ਮੰਨ ਲੈਂਦੇ ਕਿ ਸਾਡੀ ਸਰਕਾਰ ਸਿਰਫ ਤੇ ਸਿਰਫ ਨਲਾਇਕਾਂ ਨਾਲ ਭਰੀ ਆ, ਇਹ ਵਿਕਾਸ ਨਹੀਂ ਕਰ ਸਕਦੀ। ਇਹ ਤਾਂ ਸਿਰਫ ਤਨਖਾਹਾਂ ਲੈ ਸਕਦੀ ਹੈ, ਇਹ ਭੱਤੇ ਲੈ ਸਕਦੀ ਹੈ, ਇਹ ਪਾਰਲੀਮੈਂਟ 'ਚ ਬਾਹਾਂ ਟੰਗ ਕੇ ਇੱਕ ਦੂਜੇ ਨਾਲ ਲੜ ਸਕਦੇ ਆ। ਕੰਮ ਕੁਮ ਨਹੀਂ ਇਹਨਾਂ ਨੂੰ ਕਰਨਾ ਆਉਂਦਾ। ਕੰਮ ਅਸੀਂ ਬਾਹਰੋਂ ਠੇਕੇ 'ਤੇ ਲੈ ਕੇ ਕਰਾਉਂਦੇ ਹਾਂ। ਜੇ ਤੁਸੀਂ ਸਾਰੇ ਕੰਮ ਏਅਰਪੋਰਟ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦੇਣੇ ਆ, ਬੰਦਰਗਾਹਾਂ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦੇਣੀਆਂ, ਜਿਹੜੇ ਰੇਲਵੇ ਸਟੇਸ਼ਨ ਉਹ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦੇਣੇ ਆ, ਟੂਰਿਜ਼ਮ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦੇਣਾ, ਸਰਕਾਰ ਦੇ ਹਸਪਤਾਲ ਇੱਥੋਂ ਤੱਕ ਕਿ ਹੁਣ ਫੌਜਾਂ ਦਾ ਸਮਾਨ ਬਣਾਉਣ ਵਾਲੇ ਅਦਾਰੇ ਵੀ ਇੱਕ ਇੱਕ ਕਰਕੇ ਤੁਸੀਂ ਉਹਨਾਂ ਨੂੰ ਸੌਂਪ ਦੇਣੇ ਆ। ਰੱਬ ਦਾ ਵਾਸਤਾ ਦੇਸ਼ ਦੇ ਖਜ਼ਾਨੇ 'ਤੇ ਬੋਝ ਨਾ ਬਣੋ, ਤੁਸੀਂ ਵੀ ਪਾਸੇ ਹਟ ਜਾਓ, ਸਰਕਾਰ ਵੀ ਉਹਨਾਂ ਨੂੰ ਸੌਂਪ ਦਿਓ, ਫਿਰ ਚਲਾ ਲੈਣ ਦਿਓ ਜੀ। ਕਿ ਇਹ ਨਹੀਂ ਹੋ ਸਕਦਾ ਕਿ ਮੰਤਰੀ ਵੀ ਠੇਕੇ 'ਤੇ ਰੱਖੇ ਜਾਣ, MP ਵੀ ਠੇਕੇ 'ਤੇ ਰੱਖੇ ਜਾਣ, ਫਿਰ ਤੁਸੀਂ ਵੀ ਠੇਕੇ ਦੇ ਹੀ ਆਪਣੇ ਪੈਸੇ ਚਾਰਜ ਕਰ ਲਿਆ ਕਰੋ। ਜਿੰਨੇ ਦਿਨ ਤੁਸੀਂ ਆਓਗੇ ਸੈਸ਼ਨ ਕਰਨ ਵਾਸਤੇ ਜਾਂ ਮੀਟਿੰਗ ਕਰਨ ਵਾਸਤੇ, ਉਹਦੇ ਪੈਸੇ ਲੈ ਲਿਆ ਕਰੋ। ਅੱਗੋਂ ਪਿੱਛੋਂ ਦੇਸ਼ ਦੇ ਖਜ਼ਾਨੇ ਦੇ ਉੱਤੇ ਬੋਝ ਕਾਹਨੂੰ ਬਣੇ ਪਏ ਹੋ? ਦੇਸ਼ ਦੇ ਲੋਕ ਚਿੱਟੇ ਹਾਥੀਆਂ ਨੂੰ ਪਾਲਣ ਵਾਸਤੇ ਤਾਂ ਟੈਕਸ ਨਹੀਂ ਦਿੰਦੇ। ਆਪ ਤੁਸੀਂ ਕੱਖ ਨਹੀਂ ਕਰਨਾ ਤੇ ਹਰ ਇੱਕ ਚੀਜ਼ ਹੌਲੀ ਹੌਲੀ ਇਹਨਾਂ ਵੱਡੇ ਸਰਵਾਇਦਰਾਂ ਨੂੰ ਸੌਂਪਦੇ ਜਾ ਰਹੇ ਹੋ। ਇਹ ਤਰੀਕਾ ਠੀਕ ਨਹੀਂ ਗਾ। ਹੁਣ ਸਾਡਾ ਅੰਮ੍ਰਿਤਸਰ ਦਾ ਏਅਰਪੋਰਟ ਚੰਗਾ ਭਲਾ ਚੱਲਦਾ ਪਿਆ, ਪਿਛਲੇ ਸਮੇਂ 'ਚ ਬਹੁਤ ਸਹੂਲਤਾਂ ਵਧਾਈਆਂ ਗਈਆਂ। ਵਧਾਉਣੀਆਂ ਤੁਸੀਂ ਹੋਰ ਵਧਾ ਦਿਓ।
ਜੇ ਤੁਸੀਂ ਫੌਜਾਂ ਚਲਾ ਸਕਦੇ ਆ, ਜੇ ਤੁਸੀਂ 에ਅਰ ਫੋਰਸ ਚਲਾ ਸਕਦੇ ਆ, ਜੇ ਤੁਸੀਂ ਸਮੁੰਦਰੀ ਫੌਜ ਚਲਾ ਸਕਦੇ ਆ ਇੰਨਾ ਲੰਮਾ ਚੌੜਾ ਬਾਰਡਰ ਤੁਹਾਡਾ, ਬਾਰਡਰ ਸਿਕਿਉਰਿਟੀ ਫੋਰਸ, ਇੰਡੋ ਤਿੱਬਤਨ ਬਾਰਡਰ ਪੁਲਿਸ ਤੇ ਆਸਾਮ ਰਾਈਫਲਸ, ਇਹਨਾਂ ਸਾਰੀਆਂ ਨੂੰ ਲੈ ਕੇ ਤੁਸੀਂ ਮੇਨਟੇਨ ਕਰ ਸਕਦੇ ਆ। ਇੰਨਾ ਲੰਮਾ ਚੌੜਾ ਸਮੁੰਦਰੀ ਕੰਢਾ ਤੁਹਾਡੇ ਕੋਸਟ ਗਾਰਡ ਨਾਲ ਸੰਭਾਲਿਆ ਜਾ ਸਕਦਾ, ਤੇ ਆ ਤੁਸੀਂ 에ਅਰਪੋਰਟ ਤੇ ਇਹੋ ਜਿਹੇ ਛੋਟੇ-ਮੋਟੇ ਕੰਮ ਕਰਨ ਦੇ ਯੋਗ ਨਹੀਂ ਰਹਿ ਗਏ। ਇੰਨਾ ਨਿਕੰਮਾਪਣ ਹੈ ਜੀ। ਇਹ ਨਿਕੰਮਾਪਣ ਜਿਹੜਾ ਸਰਕਾਰ ਦਾ, ਉਹਨੂੰ ਲੁਕਾਉਣ ਵਾਸਤੇ ਤੇ ਆਖੀ ਜਾਣਾ ਉਹ ਬਹੁਤ ਵਧੀਆ ਬਣਾਉਂਦੇ, ਉਹ ਤਾਂ ਕਮਾਲ ਦਾ ਬਣਾਉਂਦੇ ਆ, ਉਹ ਕਮਾਲ ਦਾ ਬਣਾਉਂਦੇ। ਤੁਹਾਡੇ ਨਾਲ ਇੱਕ ਸਰਟੀਫਿਕੇਟ ਵੀ ਜਾਰੀ ਕਰ ਦਿੰਦੇ ਆ ਕਿ ਸਰਕਾਰ ਨਿਕੰਮੀ ਆ, ਕੰਮ ਕਰਨ ਵਾਸਤੇ ਸਾਨੂੰ ਸੱਦਦੀ ਹੈ। ਆਪਣੇ ਨਿਕੰਮੇਪਣ ਦਾ ਸਰਟੀਫਿਕੇਟ ਵੀ ਸੰਭਾਲ ਕੇ ਰੱਖੋ। ਪਰ ਸਰ ਸਰਹੱਦੋਂ ਪਾਰ ਗੱਲ ਕਰਦੇ ਹਾਂ, ਪਾਕਿਸਤਾਨ ਵਿੱਚ ਵੈਸੇ ਤਾਂ ਕਹਿੰਦੇ ਆ ਕਿ ਮੰਤਰੀਆਂ ਦੀ ਇੱਕ ਦੂਜੇ ਨਾਲ ਬਣਦੀ ਨਹੀਂ, ਤੇ ਪ੍ਰਧਾਨ ਮੰਤਰੀ ਸਰਕਾਰ ਇਮਰਾਨ ਖਾਨ ਦੀ ਪਤਾ ਨਹੀਂ ਕਦੋਂ ਤੱਕ ਹੈ। ਦੂਸਰੇ ਪਾਸੇ ਸਸਤਾ ਅਨਾਜ ਯੋਜਨਾ ਦੀ ਸ਼ੁਰੂਆਤ ਕਰਨੀ ਸੀ, 2 ਸੂਬਿਆਂ ਨੇ ਨਾ ਕਰ ਦਿੱਤੀ ਨਾਲ ਚੱਲਣ ਤੋਂ, ਇਹਦਾ ਕੀ ਕਾਰਨ ਆ? ਉੱਥੇ ਗਰੀਬੀ ਇਸ ਵੇਲੇ ਬਹੁਤ ਹੈ, ਬੁਰਾ ਹਾਲ ਆ, ਕਿਸੇ ਵਕਤ ਵੀ ਕਾਲ ਪੈ ਸਕਦਾ, ਪੋਖੜੇ ਦੀ ਸਥਿਤੀ ਬਣੀ ਪਈ ਹੈ। ਸਾਰੀ ਦੁਨੀਆ 'ਚ ਚਰਚੇ ਆ, ਪੈਸਾ ਸਰਕਾਰ ਦੇ ਪੱਲੇ ਕੋਈ ਨਹੀਂ। ਪੰਜਾਬੀ ਦਾ ਇੱਕ ਮੁਹਾਵਰਾ, ਘਰ ਖਾਣ ਨੂੰ ਨਹੀਂ ਮਾਂ ਪੀਣ ਗਈ ਹੈ। ਜਿੱਥੇ ਜਾਂਦੇ ਆ ਚੋਣ ਨਿਸ਼ਾਨ ਠੂਠਾ ਹੁੰਦਾ, ਜਾਂਦੇ ਆ ਤੇ ਪੁੱਛਣ ਜਾਂਦੇ ਆ ਜੀ ਸਾਨੂੰ ਕੋਈ 4 ਪੈਸੇ ਦੇ ਦਿਓਗੇ। ਜੇ ਕੋਈ ਆਉਂਦਾ ਉਹਨੂੰ ਕਹਿੰਦੇ ਆ ਜੀ ਤੁਸੀਂ ਆਏ ਕੁਝ ਦੇ ਕੇ ਚੱਲੇ ਆ। ਬਹੁਤ ਬੁਰੀ ਹਾਲਤ ਹੈ। ਉਹਦੇ 'ਚ ਉਹਨਾਂ ਨੇ ਥੋੜ੍ਹੀ ਬਹੁਤ ਮਦਦ ਮਿਲੀ ਆ ਸਾਊਦੀ ਅਰਬ ਤੋਂ, ਕੁਛ ਹੋਰ ਥਾਵਾਂ ਤੋਂ। ਇੱਕ ਸਕੀਮ ਚਲਾਈ ਕਿ ਜਿਹੜੇ ਲੋਕ ਬਹੁਤ ਹੀ ਗਰੀਬੀ ਮਾਰੇ ਗਏ, ਰੋਟੀ ਨਹੀਂ ਖਾਣ ਜੋਗੇ, ਉਹਨਾਂ ਨੂੰ ਸਸਤਾ ਅਨਾਜ ਦੇਣਾ, ਅਹਿਸਾਸ ਰਾਸ਼ਨ ਸਕੀਮ ਚਲਾਈ ਹੈ। ਉਸ ਸਕੀਮ ਦੇ ਵਿੱਚ 2 ਸੂਬਿਆਂ ਨੇ ਸਿੱਧੇ ਤੌਰ 'ਤੇ ਨਾ ਕਰਤੀ ਹੈ ਕਿ ਅਸੀਂ ਨਹੀਂ ਸ਼ਾਮਲ ਹੁੰਦੇ। ਉਹਨਾਂ 2 ਸੂਬਿਆਂ 'ਚੋਂ ਖੇਤਰਫਲ ਦੇ ਹਿਸਾਬ ਨਾਲ, ਏਰੀਏ ਦੇ ਹਿਸਾਬ ਨਾਲ ਸਭ ਤੋਂ ਵੱਡਾ ਸੂਬਾ ਬਲੋਚਿਸਤਾਨ ਵੀ ਹੈ, ਅਤੇ ਦੂਜਾ ਜਿਹੜਾ ਤੀਸਰੇ ਨੰਬਰ ਦਾ ਏਰੀਏ ਵੱਲੋਂ ਸੂਬਾ ਸਿੰਧ, ਉਹਨੇ ਵੀ ਨਾ ਕਰਤੀ। ਸਿੰਧ ਵਿੱਚ ਤੇ ਭਲਾ ਪਾਕਿਸਤਾਨ ਪੀਪਲਸ ਪਾਰਟੀ ਬੇਨਜ਼ੀਰ ਭੁੱਟੋ ਦੇ ਪੁੱਤਰ ਵਾਲੀ ਪਾਰਟੀ ਆ, ਉਹ ਨਾ ਕਰ ਸਕਦੇ ਆ ਕਿਉਂਕਿ ਕੇਂਦਰ ਸਰਕਾਰ ਨਾਲ ਨਹੀਂ ਬਣਦੀ। ਸਭ ਤੋਂ ਵੱਡੀ ਸੱਟ ਇਮਰਾਨ ਖਾਨ ਨੂੰ ਇਹ ਪਈ ਕਿ ਬਲੋਚਿਸਤਾਨ ਦੀ ਸਰਕਾਰ ਨੇ ਨਾ ਕਰਤੀ। ਬਲੋਚਿਸਤਾਨ ਦੀ ਸਰਕਾਰ, ਬਲੋਚ ਅਵਾਮੀ ਪਾਰਟੀ ਤੇ ਉਹਦੇ ਨਾਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ, ਜਿਹੜੀ ਇਮਰਾਨ ਖਾਨ ਦੀ ਪਾਰਟੀ ਆ, ਇਹਨਾਂ ਦੀ ਸਾਂਝੀ ਹੈ। ਤੀਜੀ ਧਿਰ ਉਸ ਸਰਕਾਰ ਦੇ ਵਿੱਚ ਅਵਾਮੀ ਨੈਸ਼ਨਲ ਪਾਰਟੀ ਹੈ। ਹੁਣ ਜਿਹੜੀ ਸਰਕਾਰ 'ਚ ਇਮਰਾਨ ਖਾਨ ਦੀ ਆਪਣੀ ਪਾਰਟੀ ਸ਼ਾਮਲ ਹੋਵੇ, ਜੇ ਇਮਰਾਨ ਖਾਨ ਦੀ ਕੇਂਦਰ ਸਰਕਾਰ ਨੂੰ ਸਪੋਰਟ ਕਰਨ ਵਾਸਤੇ, ਹਮਾਇਤ ਦੇਣ ਵਾਸਤੇ ਉਹ ਵੀ ਤਿਆਰ ਨਹੀਂ, ਉਹਦੇ ਪ੍ਰੋਗਰਾਮ ਨੂੰ ਰੱਦ ਕਰ ਰਹੀ ਹੈ, ਫਿਰ ਇਮਰਾਨ ਖਾਨ ਨੂੰ ਸਿਰ 'ਚ ਠੰਡਾ ਪਾਣੀ ਪਾ ਕੇ ਸੋਚਣਾ ਚਾਹੀਦਾ ਕਿ ਉਹਦੀ ਆਪਣੀ ਪਾਰਟੀ ਦੇ ਲੋਕ ਵੀ ਉਹਦੇ ਤੋਂ ਬਾਗੀ ਕਿਉਂ ਹੁੰਦੇ ਪਏ ਆ। ਜੀ। ਉੱਦਾਂ ਤੇ ਖਬਰਾਂ ਅੱਜ ਸਵੇਰ ਦੀਆਂ ਇਹ ਵੀ ਆ ਰਹੀਆਂ ਕਿ ਉੱਥੇ 2-3 ਅਪਾਇੰਟਮੈਂਟਸ ਕਿਹੜੇ ਅਹੁਦਿਆਂ 'ਤੇ ਕਿਹਨੂੰ ਅਪਾਇੰਟ ਕਰਨਾ, ਇਸ ਮੁੱਦੇ ਤੋਂ ਫੌਜ ਦੇ ਮੁਖੀ ਜਨਰਲ ਬਾਜਵਾ ਦੇ ਨਾਲ, ਕਮਰ ਜਾਵੇਦ ਬਾਜਵਾ ਨਾਲ ਇੰਨੇ ਮਤਭੇਦ ਵੱਧ ਗਿਆ ਕਿ ਕਿਸੇ ਵਕਤ ਵੀ ਕੁਝ ਹੋ ਸਕਦਾ, ਕੋਈ ਇਹੋ ਜਿਹੀ ਖਬਰ ਆ ਸਕਦੀ ਹੈ। ਪਰ ਅਸੀਂ ਉਹਦੀ ਚਰਚਾ 'ਚ ਨਹੀਂ ਪੈਂਦੇ। ਅਸੀਂ ਇਸ ਗੱਲ 'ਚ ਹਾਂ ਕਿ ਜਿਹੜੇ ਵੀ ਹਾਲਾਤ ਨੇ, ਜੇ ਬਾਕੀ ਪਾਰਟੀਆਂ ਨੂੰ ਛੱਡੋ, ਇਮਰਾਨ ਖਾਨ ਦੀ ਆਪਣੀ ਪਾਰਟੀ ਤਹਿਰੀਕ-ਏ-ਇਨਸਾਫ ਪਾਰਟੀ ਦੀ ਭਾਈਵਾਲੀ ਵਾਲੀ ਬਲੋਚਿਸਤਾਨ ਸਰਕਾਰ ਵੀ ਉਹਦਾ ਕਹਿਣਾ ਨਹੀਂ ਮੰਨਦੀ, ਤੇ ਇਹਦਾ ਮਤਲਬ ਸਾਫ਼ ਹੈ ਕਿ ਉੱਥੇ ਹਾਲਾਤ ਪ੍ਰਧਾਨ ਮੰਤਰੀ ਤੇ ਉਹਦੀ ਪਾਰਟੀ, ਉਹਦੀ ਸਰਕਾਰ ਦੇ ਹੱਥੋਂ ਨਿਕਲਦੇ ਜਾਂਦੇ ਆ। ਇਹ ਇੱਕ ਕਿਸਮ ਦਾ ਇਸ਼ਾਰੋਂ ਕੋ ਅਗਰ ਸਮਝੋ ਵਾਲੀ ਗੱਲ ਹੈ। ਜੀ। ਪਰ ਸਰ ਅਫਗਾਨਿਸਤਾਨ ਦੀ ਗੱਲ ਵੀ ਆਪਾਂ ਨਾਲ ਲੱਗਦੀ ਕਰ ਲੈਂਦੇ ਹਾਂ। ਅਫਗਾਨਿਸਤਾਨ ਕਹਿੰਦਾ ਕਿ ਅਸੀਂ ਭਾਰਤ ਨਾਲ ਸੰਘਰਸ਼ ਨਹੀਂ ਚਾਹੁੰਦੇ। ਪਾਕਿਸਤਾਨ ਪਤਾ ਨਹੀਂ ਕੀ ਕਰੀ ਜਾਂਦਾ ਹੈ, ਕਦੀ ਕਹਿੰਦੇ ਚੀਨ ਨਾਲ ਖੜਾ ਹੈ, ਕਦੀ ਕੋਈ ਦੇਸ਼ ਦੀ ਚਰਚਾ ਹੋਣ ਲੱਗ ਪੈਂਦੀ ਹੈ। ਅਫਗਾਨਿਸਤਾਨ ਵਿੱਚ ਹੁਣ ਜਿਹੜੇ ਇਹ ਬਿਆਨ ਉੱਠ ਰਹੇ ਆ, ਇਹਨਾਂ ਦੀ ਕਿਵੇਂ ਦੇਖਦੇ ਹੋ ਤੁਸੀਂ? 15 ਅਗਸਤ ਨੂੰ ਅਫਗਾਨਿਸਤਾਨ 'ਚ ਤਾਲਿਬਾਨ ਨੇ ਕਬਜ਼ਾ ਕੀਤਾ ਸੀ। ਉਦੋਂ ਬਾਅਦ ਅਜੇ ਤੱਕ 15 ਸਤੰਬਰ ਲੰਘ ਗਿਆ, 15 ਅਕਤੂਬਰ ਲੰਘ ਗਿਆ, 15 ਨਵੰਬਰ ਅੱਜ ਹੋ ਗਈ। ਇਹਨਾਂ 3 ਮਹੀਨਿਆਂ ਦੇ ਵਿੱਚ ਵੀ ਦੁਨੀਆ ਦੇ ਇੱਕ ਵੀ ਦੇਸ਼ ਨੇ ਉਹਨੂੰ ਬਾਕਾਇਦਾ ਤੌਰ 'ਤੇ ਪ੍ਰਵਾਨਗੀ ਨਹੀਂ ਦਿੱਤੀ, ਮਾਨਤਾ ਨਹੀਂ ਦਿੱਤੀ। ਬੇਕਾਇਦਾ ਤੌਰ 'ਤੇ ਪਾਕਿਸਤਾਨ ਨੇ ਮਾਨਤਾ ਦਿੱਤੀ ਹੈ। ਇੱਥੇ ਉਹਨਾਂ ਦੇ ਡੈਲੀਗੇਸ਼ਨ ਆਉਂਦੇ, ਉਹਨਾਂ ਦੇ ਐਮਬੈਸੀਡੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਬੇਕਾਇਦਾ ਤੌਰ 'ਤੇ। ਹੁਣ ਉਹਨਾਂ ਨੇ ਇਹ ਆਖਿਆ ਕਿ ਸਾਡੇ ਇੱਥੇ ਹਾਲਾਤ ਭੁੱਖਮਰੀ ਵਰਗੇ ਆ, ਸਾਡੀ ਕੋਈ ਮਦਦ ਕਰੋ। ਬਾਕੀ ਦੁਨੀਆ 'ਚੋਂ ਕਿਸੇ ਘੱਲਿਆ, ਕਿਸੇ ਨਹੀਂ। ਬਹੁਤੇ ਉਹ ਕਹਿੰਦੇ ਆ ਕਿ ਤੁਹਾਨੂੰ ਮਾਨਤਾ ਹੀ ਨਹੀਂ ਦਿੰਦੇ ਇਸ ਸਰਕਾਰ ਨੂੰ। ਭਾਰਤ ਸਰਕਾਰ ਨੇ ਆਖਿਆ ਜੀ ਅਸੀਂ ਮਨੁੱਖੀ ਆਧਾਰ ਦੇ ਉੱਤੇ ਉੱਥੋਂ ਦੇ ਲੋਕਾਂ ਨੂੰ ਭੁੱਖੇ ਨਹੀਂ ਮਰਨ ਦੇ ਸਕਦੇ, ਅਸੀਂ ਰਿਲੀਫ ਭੇਜਣ ਨੂੰ ਤਿਆਰ ਹਾਂ। ਪਰ ਜੇ ਅਸੀਂ ਸਮੁੰਦਰ ਦੇ ਰਸਤੇ ਸਾਰੇ ਪਾਕਿਸਤਾਨ ਦੇ ਉੱਤੋਂ ਦੀ ਘੁਮਾ ਕੇ ਆਈਏ,
ਇੱਕ ਤਾਂ 15-20 ਦਿਨ ਲੱਗਣਗੇ, ਦੂਸਰਾ ਖਰਚਾ ਬਹੁਤ ਹੁੰਦਾ। ਸਾਡੇ ਟਰਾਲੇ ਇੱਥੋਂ ਸੀਲਡ ਟਰਾਲੇ ਪਾਕਿਸਤਾਨ ਵਿੱਚ ਦੀ ਗਾਹ ਲੰਘ ਜਾਣ, ਅਸੀਂ ਭੇਜਣ ਨੂੰ ਤਿਆਰ ਹਾਂ। ਪਹਿਲਾਂ ਪਾਕਿਸਤਾਨ ਸਰਕਾਰ ਤਿਆਰ ਨਹੀਂ ਸੀ, ਹੁਣ ਅਫਗਾਨਿਸਤਾਨ ਸਰਕਾਰ ਨੇ ਆਖਿਆ ਤੇ ਥੋੜ੍ਹਾ ਜਿਹਾ ਮੰਨ ਗਏ ਨੇ। ਦੂਜੀ ਗੱਲ ਇਹ ਕਿ ਇੱਥੇ ਜੰਮੂ ਕਸ਼ਮੀਰ ਦੀ ਸਮੱਸਿਆ, ਹੋਰ ਸਮੱਸਿਆ ਅੱਤਵਾਦ ਦੀਆਂ, ਪਾਕਿਸਤਾਨ ਦੇ ਮੰਤਰੀ ਤੇ ਪਾਰਲੀਮੈਂਟ ਮੈਂਬਰ ਇਹ ਕਹਿੰਦੇ ਆ ਕਿ ਤਾਲਿਬਾਨ ਸਾਡੀ ਮਦਦ ਕਰਨਗੇ ਭਾਰਤ ਦੇ ਖਿਲਾਫ ਜਹਾਦ 'ਚ। ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੂੰ BBC ਲੰਡਨ ਦੀ ਇੱਕ ਪੱਤਰਕਾਰ ਨੇ ਇੰਟਰਵਿਊ 'ਚ ਪੁੱਛਿਆ ਕਿ ਤੁਸੀਂ ਉਹਦੇ ਖਿਲਾਫ, ਭਾਰਤ ਦੇ ਖਿਲਾਫ ਕੀ ਕਰੋਗੇ। ਉਹਨੇ ਆਖਿਆ ਇਸ ਵੇਲੇ ਅਸੀਂ ਉਸ ਸਥਿਤੀ ਵਿੱਚ ਹਾਂ ਕਿ ਅਸੀਂ ਕਿਸੇ ਇੱਕ ਵੀ ਦੇਸ਼ ਨਾਲ, ਗੁਆਂਢੀ ਨਾਲ ਜਾਂ ਦੂਰ ਦੇ ਨਾਲ ਲੜਾਈ ਨਹੀਂ ਲੜਨਾ ਚਾਹੁੰਦੇ। ਉਹਨੇ ਆਖਿਆ ਜੀ ਮੈਂ ਭਾਰਤ ਬਾਰੇ ਪੁੱਛਣਾ ਚਾਹੁੰਦੀ ਹਾਂ, ਉਹਦੇ ਬਾਰੇ ਪਾਕਿਸਤਾਨ ਦੀ ਰਾਏ ਹੋ ਰਿਹਾ, ਤੁਹਾਡੀ ਹੋ ਰਿਹਾ, ਉਹਦੀ ਲੜਾਈ ਦਾ ਕੀ ਬਣੇਗਾ। ਉਹਨੇ ਆਖਿਆ ਮੈਂ ਪਹਿਲੀ ਗੱਲ ਤਾਂ ਇਹ ਕਹਿ ਦਿੱਤੀ ਆ ਕਿ ਅਸੀਂ ਭਾਰਤ ਨਾਲ ਕੀ, ਅਸੀਂ ਕਿਸੇ ਦੇਸ਼ ਨਾਲ ਵੀ ਨਹੀਂ ਲੜਨਾ ਚਾਹੁੰਦੇ। ਅਤੇ ਦੂਜੀ ਗੱਲ ਇਹ ਨੋਟ ਕਰ ਲਾ ਕਿ ਰੂਸ ਵਿੱਚ ਇੱਕ ਮੀਟਿੰਗ ਹੋਈ ਹੈ ਜਿਸ 'ਚ ਫਲਾਣੇ ਦੇਸ਼ ਸ਼ਾਮਲ ਸੀ, ਅਤੇ ਫਿਰ ਅਖੀਰ 'ਤੇ ਕਹਿੰਦਾ ਉਹਦੇ ਵਿੱਚ ਭਾਰਤ ਦੇ ਦੂਤ ਵੀ ਸ਼ਾਮਲ ਸੀ, ਉਹ ਸਾਡੇ ਨਾਲ ਮੀਟਿੰਗ 'ਚ ਬੈਠ ਚੁੱਕੇ। ਇਹਦਾ ਮਤਲਬ ਇਹ ਆ ਕਿ ਅਸੀਂ ਉਹਨਾਂ ਨਾਲ ਲੜਾਈ ਨਹੀਂ ਚਾਹੁੰਦੇ, ਉਹਨਾਂ ਦੇ ਖਿਲਾਫ ਦੂਸਰਾ ਕਿਹੜਾ ਦੇਸ਼ ਕੀ ਪ੍ਰਚਾਰ ਕਰਦਾ, ਅਸੀਂ ਉਸ ਪ੍ਰਚਾਰ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਉਹਦੇ ਇੰਨੀ ਗੱਲ ਕਹਿ ਦੇਣ ਨਾਲ ਇਹ ਗੱਲ ਸਪਸ਼ਟ ਹੋ ਗਈ ਕਿ ਜਿਹੜੇ ਪਾਕਿਸਤਾਨ ਵਾਲੇ ਕਹਿੰਦੇ ਆ ਕਿ ਹੁਣ ਸਾਡੀ ਖਾਤਰ ਤਾਲਿਬਾਨ ਲੜਨਗੇ ਅਤੇ ਸਾਨੂੰ ਜੰਮੂ ਕਸ਼ਮੀਰ ਜਿੱਤ ਕੇ ਦੇਣਗੇ, ਉਹ ਫੜਾਂ ਫੋਕੀਆਂ ਸੀ। ਤਾਲਿਬਾਨ ਘੱਟੋ ਘੱਟ ਇਸ ਮੁੱਦੇ ਦੇ ਉੱਤੇ ਭਾਰਤ ਨਾਲ ਰੇੜਕਾ ਪਾਉਣ ਦੇ ਮੂਡ 'ਚ ਹਾਲ ਦੀ ਘੜੀ ਨਹੀਂ ਜਾਪਦਾ। ਚੰਗੀ ਗੱਲ ਪੰਨੂ ਸਾਹਿਬ, ਅੱਗੇ ਅੱਗੇ ਦੇਖਦੇ ਹਾਂ, ਰਾਜਨੀਤੀ ਹੈ, ਦੇਸ਼ਾਂ ਦਾ ਆਪਣਾ ਆਪਣਾ ਕੀ ਹਿਸਾਬ ਹੈ, ਬਣਦਾ। ਕੀ ਬਣਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਖਬਰਾਂ ਤੇ ਚਰਚਾ ਕੀਤੀ ਜੀ। ਹੈ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।